ਅੱਜ ਆਪਾਂ ਨੇ ਸੈਕਿੰਡ ਐਪਲੀਕੇਸ਼ਨ ਇਹਦੀ ਕਰਨੀ ਆ ਗੌਸ ਥਿਊਰਮ ਦੀ। ਉਹ ਕੀ ਹੈ, ਇਲੈਕਟ੍ਰਿਕ ਫੀਲਡ ਡਿਊ ਟੂ ਐਨ ਇਨਫਾਈਨਾਈਟ ਪਲੇਨ ਸ਼ੀਟ ਆਫ ਚਾਰਜ, ਮਤਲਬ ਇੱਕ ਸ਼ੀਟ ਆ ਉਹਦੇ ਉੱਤੇ ਕੀ ਆ ਚਾਰਜ ਆ, ਉਹਦੀ ਆਪਾਂ ਨੇ ਇਲੈਕਟ੍ਰਿਕ ਫੀਲਡ ਫਾਈਂਡ ਕਰਨੀ ਆ। ਠੀਕ ਹੈ, ਲਾਸਟ ਲੈਕਚਰ ਵਿੱਚ ਆਪਾਂ ਗੌਸ ਥਿਊਰਮ ਕਰ ਲਈ ਸੀ ਅਤੇ ਉਹਦੀ ਫਸਟ ਐਪਲੀਕੇਸ਼ਨ ਪੜ੍ਹ ਲਈ ਸੀਗੀ ਡਿਊ ਟੂ ਲਾਈਨ ਚਾਰਜ। ਅੱਜ ਸ਼ੀਟ ਚਾਰਜ ਕਰਨਾ, ਤਾਂ ਸ਼ੀਟ ਚਾਰਜ ਨੂੰ ਪਹਿਲਾਂ ਡਰॉ ਕਰ ਲੈਣਾ। ਪਲੇਨ ਸ਼ੀਟ ਹੈ, ਸ਼ੀਟ ਨੂੰ ਮਾਰਕ ਕਰਨ ਵਾਲੇ ਮੈਨੂੰ ਇੱਦਾਂ ਦੀ ਹੋਣੀ ਥੋੜੀ ਡਰਾਇੰਗ ਦੇਖ ਲਿਓ। ਇਹਦੇ ਉੱਤੇ ਕੀ ਆ ਗਿਆ ਪਲੱਸ ਚਾਰਜ। ਠੀਕ ਹੈ, ਹੁਣ ਦੇਖੋ ਜੇ ਮੈਂ ਇਸ ਸ਼ੀਟ ਨੂੰ ਇੱਕ ਸਾਈਡ ਤੋਂ ਦੇਖਾਂ ਤਾਂ ਇੱਦਾਂ ਦੀ ਦਿਸਣੀ ਸਾਨੂੰ। ਠੀਕ ਹੈ, ਥੋੜੀ ਜਿਹੀ ਥਿਕਨੈਸ ਵੀ ਇਹਦੀ ਹੋਣੀ ਆ। ਇਹਦੇ ਉੱਤੇ ਪੋਜ਼ੀਟਿਵ ਚਾਰਜ ਹੋਣਾ ਨਾ, ਇੱਧਰ ਵੀ ਹੋਣਾ ਤੇ ਇੱਧਰ ਵੀ ਹੋਣਾ, ਦੋਨੇ ਸਾਈਡ ਹੋਣਾ। ਠੀਕ ਹੈ, ਤੇ ਇਹਦੀ ਇਲੈਕਟ੍ਰਿਕ ਫੀਲਡ ਇੱਧਰ ਨੂੰ ਵੀ ਹੋਣੀ ਆ ਤਾਂ ਇਸ ਸਾਈਡ ਨੂੰ ਵੀ ਹੋਣੀ ਆ। ਠੀਕ, ਤੇ ਇਹਦਾ ਗੌਸੀਅਨ ਸਰਫੇਸ ਕਿੱਦਾਂ ਦਾ ਬਣਨਾ, ਇੱਧਰ ਨੂੰ ਵੀ ਜਾਣਾ ਆ ਇੱਦਾਂ, ਤੇ ਇਸ ਸਾਈਡ 'ਤੇ ਨੂੰ ਵੀ ਹੋਣਾ ਆ। ਠੀਕ, ਤਾਂ ਇਹਦੇ ਉੱਤੇ ਇੱਕਦਮ ਸੇਮ ਕਿਹਦੇ 'ਤੇ ਹੋਣਾ, ਸਰਕਲ 'ਤੇ। ਤੇ ਇਹਦਾ ਗੌਸੀਅਨ ਸਰਫੇਸ ਸਾਡੇ ਕੋਲ ਕਿਸ ਤਰ੍ਹਾਂ ਦਾ ਹੋਣਾ, ਇੱਕ ਸਿਲੰਡਰੀਕਲ ਟਿਊਬ। ਠੀਕ ਹੈ ਜੀ, ਤਾਂ ਹੁਣ ਆਪਾਂ ਨੇ ਇਹਦੇ ਉੱਤੇ ਸੇਮ ਡਰॉ ਕਰਨਾ, ਦੁਬਾਰਾ ਬਣਾ ਦੇਣਾ ਹੁਣ ਇਹਦੀ ਡਾਇਗਰਾਮ। ਤੇ ਇਹਦੀ ਨੈਕਸਟ ਇਹਦੀ ਡਾਇਗਰਾਮ ਹੈਗੀ ਆ ਠੀਕ ਹੈ, ਪੋਜ਼ੀਟਿਵ ਚਾਰਜ ਇਹਦੇ ਉੱਤੇ। ਤਾਂ ਚਾਰਜ ਡੈਂਸਿਟੀ ਕੀ ਹੁੰਦੀ ਸਰਫੇਸ ਦੀ, ਯਾਦ ਰੱਖਿਓ ਸਿਗਮਾ। ਜਿੱਦਾਂ ਵਾਇਰ ਦੇ ਵਿੱਚ ਲੈਮਡਾ ਸੀਗੀ, ਇਹਦੇ ਉੱਤੇ ਕਿਆ ਹੁੰਦੀ ਆ ਸਿਗਮਾ। ਤੇ ਇਹਦੇ ਉੱਤੇ ਆਪਾਂ ਨੇ ਇੱਕ ਟਿਊਬ ਇੱਥੇ ਮੰਨ ਲਈ। ਠੀਕ ਹੈ, ਤੇ ਇਲੈਕਟ੍ਰਿਕ ਫੀਲਡ ਇੱਥੇ ਲਾਈਨ ਬਣਾ ਲਓ ਇੱਕ, ਆ ਸਾਡੇ ਕੋਲ ਈ, ਆ ਦੂਸਰੀ ਈ। ਠੀਕ ਹੈ, ਜਦੋਂ ਉੱਪਰ ਮੈਂ ਗਿਆ ਸੀਗਾ। ਠੀਕ, ਤਾਂ ਹੁਣ ਸਰਫੇਸ ਇਹਦਾ ਕਿੰਨਾ ਕੈਪੀਟਲ ਐਸ। ਜਿਸ ਸਰਫੇਸ ਵਿੱਚੋਂ ਛੋਟਾ ਜਿਹਾ ਸਰਫੇਸ ਮੰਨਿਆ ਉਹਨੂੰ ਆਪਾਂ ਨੇ ਕੀ ਕਹਿ ਦੇਣਾ ਡੀ ਐਸ। ਤਾਂ ਏਰੀਆ ਕਿੰਨਾ ਇਹਦਾ ਗੌਸੀਅਨ ਸਰਫੇਸ ਦਾ ਏ। ਅਤੇ ਸਾਡੇ ਕੋਲ ਸੀਗੀ ਡਾਇਗਰਾਮ, ਨਹੀਂ ਤੁਸੀਂ ਇੱਥੋਂ ਦੇਖ ਸਕਦੇ ਹੋ ਸਹੀ ਬਣੀ ਹੋ ਜਿਹੜੀ। ਠੀਕ ਹੈ, ਤਾਂ ਨੈਕਸਟ ਹੁਣ ਆ ਗਿਆ ਬਾਈ ਡੈਫੀਨੇਸ਼ਨ। ਪਹਿਲਾ ਪੁਆਇੰਟ ਉਹੀ ਜਿੱਦਾਂ ਉਹਦੇ 'ਚ ਕੀਤਾ ਸੀ ਆਪਾਂ ਨੇ ਬਾਈ ਡੈਫੀਨੇਸ਼ਨ। ਬਾਈ ਡੈਫੀਨੇਸ਼ਨ ਕੀ ਹੋਣੀ ਆ, ਫਾਈ ਇਜ਼ ਇਕੁਅਲਸ ਟੂ ਏ ਇੰਟੂ ਏਰੀਆ ਆਫ ਇਹ ਵਾਲੇ ਟੂ ਫੇਸਸ। ਠੀਕ ਹੈ, ਏਰੀਆ ਆਫ ਟੂ ਫੇਸਸ। ਤਾਂ ਇੱਕ ਦਾ ਏਰੀਆ ਜੇ ਏ ਆ ਤਾਂ ਦੋਨੋਂ ਸਾਈਡ ਦਾ ਕੀ ਹੋ ਗਿਆ 2a। ਠੀਕ, ਇਹ ਕਿੰਨਾ ਆ ਗਿਆ ਸਾਡੇ ਕੋਲ ਪਾਈ ਨਹੀਂ ਸੌਰੀ ਏ। ਠੀਕ, ਨੈਕਸਟ ਇਹਦੇ ਵਿੱਚ ਆ ਗਿਆ ਸਾਡੇ ਕੋਲ ਦੂਸਰਾ ਬਾਈ ਡੈਫੀਨੇਸ਼ਨ ਗੌਸ ਥਿਊਰਮ ਦੀ। ਬਾਈ ਡੈਫੀਨੇਸ਼ਨ ਇਹਦੀ ਗੌਸ ਦੀ। ਤਾਂ ਗੌਸ ਨੇ ਕੀ ਕਿਹਾ ਸੀਗਾ, ਫਾਈ ਕਿਆ ਹੁੰਦਾ ਕਿਊ ਅਪੋਨ ਐਪਸਾਈਲਨ ਨੋਟ। ਅਤੇ ਇਹਦੇ ਵਿੱਚ ਸਰਫੇਸ ਚਾਰਜ ਡੈਂਸਿਟੀ ਕਿੰਨੀ ਆ ਸਿਗਮਾ। ਅਤੇ ਇਹਦੇ 'ਚ ਕਿਆ ਹੁੰਦਾ ਸਿਗਮਾ ਇਜ਼ ਇਕੁਅਲਸ ਟੂ ਕਿਊ ਅਪੋਨ, ਇਹਦੇ ਵਿੱਚ ਕਿੰਨਾ ਸੀਗਾ ਸੌਰੀ ਕਿਊ ਅਪੋਨ ਐਲ। ਇਹਦੇ ਕਿਊ ਅਪੋਨ ਐਸ ਆ ਜਾਣਾ ਏਰੀਆ। ਠੀਕ ਹੈ, ਤਾਂ ਕਿੰਨਾ ਗਿਆ ਸਿਗਮਾ ਇਜ਼ ਇਕੁਅਲਸ ਟੂ ਕਿਊ ਅਪੋਨ ਏ। ਅਤੇ ਕਿਊ ਦੀ ਵੈਲਿਊ ਕਿੰਨੀ ਆ ਜਾਣੀ ਆ ਸਿਗਮਾ ਏ ਫॉर ਸਰਫੇਸ ਚਾਰਜ। ਠੀਕ ਹੈ, ਸਿਗਮਾ ਏ ਡਿਵਾਈਡਡ ਬਾਈ ਐਪਸਾਈਲਨ ਨੋਟ। ਇਹ ਸਾਡੇ ਕੋਲ ਕੀ ਆ ਗਿਆ ਅਕੋਰਡਿੰਗ ਟੂ ਗੌਸ ਥਿਊਰਮ। ਇਹ ਅਕੋਰਡਿੰਗ ਟੂ ਗੌਸ ਆ ਸਾਡੇ ਕੋਲ ਕੀ ਸੀਗਾ ਅਕੋਰਡਿੰਗ ਟੂ ਡੈਫੀਨੇਸ਼ਨ। ਠੀਕ, ਤਾਂ ਇਹਦੇ ਵਿੱਚ ਨੈਕਸਟ ਇਹਨਾਂ ਨੂੰ ਦੋਨਾਂ ਨੂੰ ਕੰਪੇਅਰ ਕਰ ਲਓ। ਆਹ ਕੁਐਸਚਨ ਨੰਬਰ 1, ਆਹ ਕੁਐਸਚਨ ਨੰਬਰ 2। ਅਤੇ ਸਾਡੇ ਕੋਲ ਆ ਗਿਆ ਈ ਇੰਟੂ 2a ਇਜ਼ ਇਕੁਅਲਸ ਟੂ ਲੈਮਡਾ ਏ ਡਿਵਾਈਡਡ ਬਾਈ ਐਪਸਾਈਲਨ ਨੋਟ। ਤਾਂ ਏ ਨਾਲ ਇਹ ਕੈਂਸਲ ਹੋ ਗਿਆ, ਏ ਇਜ਼ ਇਕੁਅਲਸ ਟੂ ਕੀ ਬਚਿਆ 2 ਐਪਸਾਈਲਨ ਨੋਟ। ਠੀਕ, ਹੁਣ ਜੇ ਕਹਿੰਦੇ ਇੱਕ ਥਿਕਨੈਸ ਫਾਈਨਾਈਟ, ਜਿਹਦਾ ਇੱਕ ਫਾਈਨਾਈਟ ਥਿਕਨੈਸ ਸ਼ੀਟ ਦੇ ਲਈ ਕੀ ਹੋ ਜਾਣਾ ਇਹ ਰੂਲ, ਉਹਦੇ ਵਿੱਚ ਕੀ ਹੋ ਜਾਣਾ ਦੇਖੋ। ਉਹਦੇ ਵਿੱਚ ਆਪਾਂ ਨੇ ਜੇ ਡੈਂਸਿਟੀ ਆਪਾਂ ਨੇ ਇੱਕ ਸਾਈਡ ਪਤਾ ਕਰ ਲਈ ਨਾ ਏ ਦੀ, ਪਰ ਇਹ ਤਾਂ ਦੋਨੋਂ ਸਾਈਡ ਆ। ਤਾਂ ਦੋਨੋਂ ਸਾਈਡ ਨੂੰ ਆਪਾਂ ਨੇ ਕਿਹਦੇ ਨਾਲ ਮਲਟੀਪਲਾਈ ਕਰਨਾ ਏ ਨੂੰ 2 ਨਾਲ। ਅਤੇ ਇੱਥੇ ਕੀ ਆ ਜਾਣਾ ਫਿਰ ਨੈਕਸਟ ਫॉर ਫਾਈਨਾਈਟ ਥਿਕਨੈਸ। ਫਾਈਨਾਈਟ ਥਿਕਨੈਸ ਮਤਲਬ ਕੋਈ ਨਾ ਕੋਈ ਵੈਲਿਊ ਹੋਣੀ ਚਾਹੀਦੀ ਉਹਦੀ ਥਿਕਨੈਸ ਦੀ। ਠੀਕ ਹੈ, ਹੋਣੀ ਚਾਹੀਦੀ ਐਗਜ਼ਿਸਟ, ਮਤਲਬ ਇੱਕਦਮ ਬਰੀਕ ਨਹੀਂ, ਕੋਈ ਨਾ ਕੋਈ ਐਗਜ਼ਿਸਟੈਂਸ ਦੀ ਵੈਲਿਊ। ਅਤੇ ਇਹ ਬਣ ਜਾਣਾ ਸਾਡੇ ਕੋਲ 2a ਇੰਟੂ 2a ਇਜ਼ ਇਕੁਅਲਸ ਟੂ ਲੈਮਡਾ 2a। ਮਤਲਬ ਚਾਹੇ ਇਹਨੂੰ ਸਾਰਿਆਂ ਨੂੰ ਮਲਟੀਪਲਾਈ ਕਰ ਦਿਓ 2 ਨਾਲ, ਚਾਹੇ ਇਹਨੂੰ
ए ਨੂੰ ਕਰ ਲਓ ਤਾਂ ਇਹ ਸਾਡੇ ਕੋਲ ਕੈਂਸਲ ਹੋ ਗਿਆ ਤਾਂ E ਕੀ ਆ ਗਿਆ ਫॉर ਫਾਈਨਾਈਟ ਥਿਕਨੈਸ ਸ਼ੀਟ ਲਈ ਨਾ ਠੀਕ ਹੈ। ਇਹ ਸਾਡੇ ਕੋਲ ਸੀਗੀ ਗੌਸ ਦੀ ਸੈਕੰਡ ਐਪਲੀਕੇਸ਼ਨ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਦਾ ਹੈ। ਸਾਡੇ ਕੋਲ ਸ਼ੀਟ ਸੀਗੀ, ਇਹਦੇ ਸੀ ਚਾਰਜ ਡੈਂਸਿਟੀ ਕਿੰਨੀ ਆਈ ਸਿਗਮਾ, ਠੀਕ ਹੈ। ਤਾਂ ਸਰਫੇਸ ਕਿੰਨਾ ਸੀਗਾ ਇਹਦਾ ਐਸ। ਨੈਕਸਟ ਆ ਗਿਆ ਪੀ, ਇੱਕ ਪੁਆਇੰਟ ਆ ਜਿੱਥੇ ਫਾਈਂਡ ਕਰਨਾ ਆਪਾਂ ਨੇ। ਇਲੈਕਟ੍ਰਿਕ ਫੀਲਡ ਲਾਈਨਸ ਇੱਧਰ ਨੂੰ ਵੀ ਜਾਣੀ ਆ, ਇਸ ਸਾਈਡ ਨੂੰ ਵੀ ਜਾਣੀ ਆ। ਤਾਂ ਉਹਦਾ ਗੌਸੀਅਨ ਸਰਫੇਸ ਕੀ ਬਣਨਾ ਇੱਕ ਸਿਲੰਡਰੀਕਲ ਟਿਊਬ। ਆਹ ਸਾਰੀ ਇਨਫੋਰਮੇਸ਼ਨ ਆ। ਨੈਕਸਟ ਕੀ ਕੀਤਾ ਬਾਈ ਡੈਫੀਨੇਸ਼ਨ ਕੀ ਹੋਇਆ ਫਾਈ ਇਜ਼ ਇਕੁਅਲਸ ਟੂ ਈ ਇੰਟੂ ਏਰੀਆ। ਇਹਦੇ ਲਿਖੀਦਾ ਹੈ ਡੈਫੀਨੇਸ਼ਨ ਦੇ ਵਿੱਚ ਫਾਈ ਇਜ਼ ਇਕੁਅਲ ਟੂ ਈ ਇੰਟੂ ਡੀ ਐਸ, ਠੀਕ ਹੈ। ਤਾਂ ਇਹਦੇ ਵਿੱਚ ਏਰੀਆ ਕਿੰਨਾ ਆ ਗਿਆ ਸਾਡੇ ਕੋਲ 2A। ਹੁਣ ਅਕੋਰਡਿੰਗ ਟੂ ਗੌਸ ਥਿਊਰਮ ਕੀ ਹੁੰਦਾ ਫਾਈ ਇਜ਼ ਇਕੁਅਲ ਟੂ ਕਿਊ ਅਪੋਨ ਐਪਸਾਈਲਨ ਨੋਟ। ਤਾਂ ਇਹਦੇ ਵਿੱਚ ਕੀ ਸੀਗਾ ਕਿਊ ਦੀ ਵੈਲਿਊ ਸੀਗੀ ਸਿਗਮਾ A। ਤਾਂ ਇਹ ਪੁੱਟ ਕਰਤੀ ਇਕੁਏਸ਼ਨ ਨੰਬਰ 1 ਇਕੁਏਸ਼ਨ ਨੰਬਰ 2 ਦੋਨਾਂ ਨੂੰ ਕੰਪੇਅਰ ਕੀਤਾ, ਕੀ ਬਣ ਗਿਆ ਸਾਡੇ ਕੋਲ ਬਾਈ 2 ਐਪਸਾਈਲਨ ਨੋਟ। ਨੈਕਸਟ ਕੀ ਆ ਗਿਆ ਸਾਡੇ ਕੋਲ ਫॉर ਫਾਈਨਾਈਟ ਥਿਕਨੈਸ ਦੇ ਲਈ ਕੀ ਹੋ ਜਾਣਾ ਹੈ ਦੋ ਸਾਈਡ ਸੀਗੀਆਂ ਨਾ ਸਰ ਸ਼ੀਟ ਦੀਆਂ, ਇਹਨੂੰ 2 ਨਾਲ ਮਲਟੀਪਲਾਈ ਕਰ ਦੇਣਾ ਆਪਾਂ ਨੇ। 2 ਨਾਲ ਮਲਟੀਪਲਾਈ ਕੀਤਾ ਤਾਂ ਆਨਸਰ ਕਿੰਨਾ ਆ ਗਿਆ ਸਾਡੇ ਕੋਲ ਫॉर ਫਾਈਨਾਈਟ ਸ਼ੀਟ ਲਈ ਇੰਨਾ, ਠੀਕ ਹੈ। ਹੁਣ ਨੈਕਸਟ ਇਹਦੀ ਐਪਲੀਕੇਸ਼ਨ ਆ, ਉਹਨੂੰ ਵੀਡੀਓ ਪੌਜ਼ ਕਰਕੇ ਇੱਕ ਵਾਰੀ ਰਿਵਾਈਜ਼ ਕਰ ਲਓ। ਲਾਈਨ ਚਾਰਜ ਤੇ ਸਰਫੇਸ ਚਾਰਜ ਦੈਨ ਕਰਿਓ ਯੂਨੀਫਾਰਮਲੀ ਚਾਰਜਡ ਸਪੈਰੀਕਲ ਸ਼ੈਲ, ਠੀਕ ਹੈ। ਇਹ ਹੈਗਾ ਈਜ਼ੀ ਆ ਬਟ ਇਹਦੇ ਮੈਕਸਿਮਮ ਚਾਂਸ ਹੁੰਦੇ ਬਹੁਤ ਵਾਰ ਆਉਂਦਾ, ਮੋਸਟ ਇੰਪੋਰਟੈਂਟ ਆ, ਠੀਕ ਹੈ। ਸਫੈਰੀਕਲ ਸ਼ੈਲ, ਹੁਣ ਸਫੈਰੀਕਲ ਸ਼ੈਲ ਦਾ ਦੇਖੋ ਆਪਾਂ ਨੇ ਕੀ ਆਉਣਾ ਇਹਦੇ 'ਚ ਸ਼ੈਲ ਕਿਹੜਾ ਮੇਨ ਆ ਵਾਲਾ ਯਾਦ ਰੱਖਿਓ, ਠੀਕ ਹੈ। ਉੱਪਰ ਵਾਲਾ ਗੌਸੀਅਨ ਸਰਫੇਸ ਹੀ ਟੌਪਿਕ ਲਿਖ ਲਓ ਫਿਰ ਮੈਂ ਤੁਹਾਨੂੰ ਕਰਵਾਉਣਾ ਹੈ। ਇਲੈਕਟ੍ਰਿਕ ਫੀਲਡ ਡਿਊ ਟੂ ਏ ਯੂਨੀਫਾਰਮਲੀ ਚਾਰਜਡ ਸਫੈਰੀਕਲ ਸ਼ੈਲ। ਹੁਣ ਦੇਖੋ ਚਲੋ ਸ਼ੈਲ ਬਣਾ ਲਈਏ। ਸ਼ੈਲ ਸਾਡੇ ਕੋਲ ਆ ਗਿਆ ਜੀ ਠੀਕ ਹੈ। ਤੇ ਸਾਡੇ ਕੋਲ ਬਣ ਗਿਆ ਸਫੈਰੀਕਲ ਸ਼ੈਲ। ਇਹਦਾ ਰੇਡੀਅਸ ਕਿੰਨਾ ਆ ਆਰ, ਇਹਦੇ ਸਰਫੇਸ ਤੇ ਚਾਰਜ ਕਿੰਨਾ ਹੈ ਇੱਥੇ ਲਿਖ ਦਿੰਦਾ ਮੈਂ ਕਿਊ, ਠੀਕ ਹੈ। ਇਹਦੇ ਕਰਕੇ ਆਪਾਂ ਨੇ ਫਾਈਂਡ ਕਰਨੇ ਆ। ਇੱਥੇ 3 ਪੁਆਇੰਟ ਮੈਂ ਬਣਾ ਦਿੰਦਾ ਜਿਹਦੇ ਇੱਥੇ ਫਾਈਂਡ ਕਰਨੀ ਆ ਆਪਾਂ ਨੇ ਫੀਲਡ। ਇੱਕ ਤਾਂ ਫੀਲਡ ਫਾਈਂਡ ਕਰਨੀ ਇੱਥੇ ਇਸ ਸਾਈਡ ਦੇ ਉੱਤੇ, ਠੀਕ ਹੈ। ਇੱਕ ਕਰਨੀ ਆ ਔਨ ਦਾ ਸਰਫੇਸ, ਇੱਕ ਕਰਨੀ ਹੈ ਇਨਸਾਈਡ ਦਾ ਸਰਫੇਸ, ਠੀਕ ਹੈ। ਇੱਕ ਫੀਲਡ ਕਰਨੀ ਫਾਈਂਡ ਇਸ ਪੁਆਇੰਟ ਤੇ, ਦੂਸਰੀ ਇਸ ਪੁਆਇੰਟ ਤੇ, ਤੀਸਰੀ ਇਨਸਾਈਡ। ਤਾਂ ਪਹਿਲੀ ਗੱਲ ਯਾਦ ਰੱਖੋ ਇੱਕ ਸਫੇਅਰ ਆ ਸਾਡੇ ਕੋਲ ਜਿਹਦੇ ਉੱਤੇ ਚਾਰਜ ਆ ਕਿਊ, ਠੀਕ। ਤਾਂ ਇਨਸਾਈਡ ਉਹਦੇ ਇਲੈਕਟ੍ਰਿਕ ਫੀਲਡ ਜਾਂ ਚਾਰਜ ਕਿੰਨਾ ਹੋਣਾ 0। ਤਾਂ ਇਨਸਾਈਡ ਦਾ ਕੇਸ ਸਾਈਜ਼ ਪਹਿਲੇ ਲਿਖ ਦਿੰਦੇ ਆ। ਇਨਸਾਈਡ ਕੀ ਹੋਣੀ ਆ ਇਨਸਾਈਡ ਕਿਊ ਇਜ਼ ਇਕੁਅਲਸ ਟੂ 0। ਤਾਂ ਫਲਕਸ ਵੀ ਕਿੰਨੀ ਹੋਣੀ ਮਤਲਬ ਕੋਈ ਇਲੈਕਟ੍ਰਿਕ ਫੀਲਡ ਨਹੀਂ ਕੋਈ ਕੁਝ ਨਹੀਂ। ਤਾਂ ਇਹਦੇ ਵਿੱਚ ਕੀ ਆ ਗਿਆ ਇਹਦਾ ਆਨਸਰ ਅਕੋਰਡਿੰਗ ਟੂ ਡੈਫੀਨੇਸ਼ਨ ਤੁਹਾਨੂੰ ਇਹਦਾ ਕਰਵਾ ਦਿੰਦਾ। ਇਹ ਆ ਗਿਆ ਸਾਡੇ ਕੋਲ 0 ਅਪੋਨ ਐਪਸਾਈਲਨ ਨੋਟ। ਤਾਂ ਇਹਦੀ ਵੈਲਿਊ ਸਾਡੇ ਕੋਲ ਕੀ ਬਣ ਜਾਣੀ ਹੈ ਇੱਥੇ 0, ਠੀਕ। ਮਤਲਬ ਜਸਟ ਆਈਡੀਆ ਤੁਹਾਨੂੰ ਐਂਡ ਦੇ ਵਿੱਚ ਕਰਵਾ ਦੂੰਗਾ। ਥਰਡ ਕੇਸ ਆ, ਠੀਕ ਹੈ। ਜਦ ਦੱਸਿਆ ਸੀਗਾ ਕਿ ਇਨਸਾਈਡ ਕੀ ਹੋਣੀ ਹੈ 0 ਹੋਣੀ ਹੈ, ਕੈਂਸਲ ਕਰ ਦਿਓ ਕੋਈ ਨਹੀਂ। ਹੁਣ ਚਲੋ ਆਪਾਂ ਇਹਨੂੰ ਡਰਾ ਕਰਦੇ ਹਾਂ। ਪਹਿਲਾਂ ਪੁਆਇੰਟ ਇਸ ਪੁਆਇੰਟ 'ਤੇ ਪਤਾ ਕਰਦੇ ਹਾਂ ਕਿੰਨੀ ਆ ਇਲੈਕਟ੍ਰਿਕ ਫੀਲਡ। ਤਾਂ ਇਹਦਾ ਗੌਸੀਅਨ ਸਰਫੇਸ ਡਰਾ ਕਰ ਲਈਏ। अब पूरा सर्कल होना, ठीक है। तो थोड़ा गलत बन गया, सर्कल अज्यूम कर लियो, ठीक है। इदा पूरा सर्कल होना है येलो। तो इतों लैके इत्थे तक मैं लाइन अपने ड्रॉ की इलैक्ट्रिक फील्ड की। हुण देखो जो पूरा स्फेयर होना जोड़ा समथिंग इदा बनना है ना। तो इस पॉइंट के उत्ते छोटी जी डिस्टेंस चो लंघी, इनू की कहता अपने सरफेस एरिया डी एस। इस पॉइंट तो इस पॉइंट का डिस्टेंस कितना सी स्मॉल आर, ठीक। नैक्सट ये असीं सॉल्व करते हैं शुरू। तो सब तो पहला की है स्मॉल सरफेस चो फाइंड निकली तो यह क्या आ गया डी फाई इज इक्वल्स टू ई डॉट डी एस। डी फाई तो लिखा मैं सेम उही है भी रूल का इंटीग्रेट होना तो डी के नाल फाई इंटीग्रेशन कट हो जानी, कैंसल आउट कर देना इन्हें, ठीक है। नैक्सट आ गया साडे कोल फाई इज इक्वल्स टू क्लोज सरफेस दे लिए डी एस। फाई इज इक्वल्स टू ही बाहर चल गया कॉन्स्टेंट सेगा, अंदर क्या बचिया डी एस।
क्लोज सरफेस ds ਦੀ ਵੈਲਿਊ क्या ਹੁੰਦੀ ਹੈ क्लोज ਸਰਫੇਸ ਦੀ ਇੰਟੀਗ੍ਰੇਸ਼ਨ ਦੇ ਲਈ ਇਹਦਾ ਪੂਰਾ ਸਰਫੇਸ ਏਰੀਆ ਉਹ ਕਿੰਨਾ ਹੋਣਾ ਆ 4 ਪਾਈ r ਸਕੁਅਰ ਤੈਨੂੰ ਕੀ ਲਿਖ ਸਕਦੇ ਹਾਂ ਆਪਾਂ phi is equals to e into 4 pi r ਸਕੁਅਰ ਦੇਖੋ ਨਾ ਛੋਟਾ ਜਿਹਾ ਪਾਰਟ ਸੀਗਾ ਆਹ ਛੋਟਾ ਜਿਹਾ ਪੁਆਇੰਟ ਤਾਂ ਪੂਰਾ ਕਿੰਨਾ ਹੋ ਜਾਣਾ ਹੈ ਕਲੋਜ਼ ਸਰਫੇਸ ਤਾਂ ਪਤਾ ਹੀ ਸਾਨੂੰ ਫਾਰਮੂਲੇ ਦੇ ਅਕੋਰਡਿੰਗ 4 ਪਾਈ r ਸਕੁਅਰ ਇਹ ਤਾਂ ਸੀਗਾ ਬਾਈ ਡੈਫੀਨੇਸ਼ਨ ਗੌਸ ਕੀ ਕਹਿੰਦਾ ਗੌਸ ਕਹਿੰਦਾ phi is equals to ਕੀ ਹੋਣਾ ਚਾਹੀਦਾ ਸਾਡੇ ਕੋਲ q upon epsilon naught ਇਹ ਸੀਗਾ ਅਕੋਰਡਿੰਗ ਟੂ ਗੌਸ ਟੂ ਗੌਸ ਤਾਂ ਸਾਡੇ ਕੋਲ ਬਣ ਗਈ ਫਸਟ ਇਕੁਏਸ਼ਨ ਆ ਸਾਡੇ ਕੋਲ ਆ ਗਈ ਸੈਕੰਡ ਇਕੁਏਸ਼ਨ ਦੋਨਾਂ ਨੂੰ ਕੰਪੇਅਰ ਕਰ ਦੋ ਤਾਂ ਕੀ ਆ ਗਿਆ ਇਹ 4 ਪਾਈ r ਸਕੁਅਰ is equals to q upon epsilon naught ਤੈਨੂੰ ਚੇਂਜ ਕੀਤਾ ਤਾਂ ਕੀ ਆ ਗਿਆ ਸਾਡੇ ਕੋਲ ਇਹ ਨੈਕਸਟ ਸਟੈਪ e is equals to 1 upon 4 pi r square q upon epsilon naught ਜਿਹਨੂੰ ਇੱਦਾਂ ਲਿਖ ਸਕਦੇ ਹਾਂ e is equals to 1 upon 4 pi epsilon naught q upon r square ਇਹ ਪੁਆਇੰਟ ਆ p ਇਹ ਇਲੈਕਟ੍ਰਿਕ ਫੀਲਡ ਕਿਹਦੇ ਲਈ ਆ ਐਟ ਪੁਆਇੰਟ p ਆਊਟਸਾਈਡ ਦਾ ਜਿਹੜਾ ਸ਼ੈਲ ਸਾਡੇ ਉਹਦੇ ਆਊਟਸਾਈਡ ਠੀਕ ਹੈ ਗੌਸੀਅਨ ਸਰਫੇਸ ਆ ਸੀਗਾ ਹੁਣ ਆਪਾਂ ਕਰਦੇ ਹਾਂ ਔਨ ਦਾ ਸ਼ੈਲ ਤਾਂ ਔਨ ਦਾ ਸ਼ੈਲ ਇੱਥੇ ਹੋਣੀ ਚਾਹੀਦੀ ਆਹੀ ਆ ਔਨ ਦਾ ਸ਼ੈਲ ਇਹ ਸੀ ਫਸਟ ਕੇਸ ਲਿਖ ਦਿੰਦਾ ਇੱਥੇ ਮੈਂ ਐਟ p ਆਊਟਸਾਈਡ ਦਾ ਸ਼ੈਲ ਨੈਕਸਟ ਕੀ ਆ ਦੂਸਰਾ ਕੇਸ ਐਟ ਸਰਫੇਸ ਆਫ ਸ਼ੈਲ ਤਾਂ ਐਟ ਸਰਫੇਸ ਆਫ ਸ਼ੈਲ ਕੀ ਹੋਣਾ ਸਾਡੇ ਕੋਲ ਪੁਆਇੰਟ ਆਹੀ ਪੁਆਇੰਟ ਹੈ ਇੱਥੇ ਬਣਨਾ ਤਾਂ ਸਰਫੇਸ ਆ ਹੈ ਸਾਡੇ ਕੋਲ ਤੇਰਾ ਡਿਸਟੈਂਸ ਕਿੰਨਾ ਦੇਖੋ ਸੇਮ ਉਹੀ ਰਹਿਣਾ ਹੈ ਡਿਸਟੈਂਸ ਇਹਦਾ ਕਿੰਨਾ ਦੇਖੋ ਸਰਫੇਸ ਏਰੀਆ ਦਾ 4 ਪਾਈ r ਸਕੁਅਰ ਸੀ ਇਹਦਾ ਵੀ 4 ਪਾਈ r ਰਹਿਣਾ ਲਾਰਜ ਵਾਲੇ ਦਾ r ਕਿੰਨਾ ਕਿਹੜਾ ਸੀਗਾ ਸਮੋਲ ਤੇ ਸਮੋਲ ਵਾਲੇ ਦਾ r ਕੀ ਹੋ ਜਾਣਾ ਕੈਪੀਟਲ ਸਿੰਪਲ ਸੇਮ ਉਹੀ ਰਹਿਣਾ ਇਹਦੇ ਵਿੱਚ ਤੇ r ਨੂੰ ਆਪਾਂ ਨੂੰ ਰਿਪਲੇਸ ਕਰ ਦੇਣਾ ਆ ਕੈਪੀਟਲ r ਦੇ ਨਾਲ ਕਿਉਂ ਕਿਉਂਕਿ ਲਾਰਜ ਸਫੇਅਰ ਦੇ ਲਈ ਸਾਡੇ ਕੋਲ r ਕਿੰਨੀ ਸੀਗੀ ਸਮੋਲ ਸਫੇਅਰ ਦੇ ਲਈ r ਕਿੰਨੀ ਆ ਕੈਪੀਟਲ ਤੇ ਸਾਡੇ ਕੋਲ ਆ ਜਾਣਾ ਆ e is equals to 1 upon 4 pi epsilon naught q upon capital R square for this ਸੇਮ ਇਹਨੂੰ ਕਰਨਾ ਡਰਾਈਵ ਆਪਾਂ ਨੇ ਠੀਕ ਹੈ ਤਾਂ ਇੱਦਾਂ ਨਹੀਂ ਇਹਨੂੰ ਛੱਡ ਦੇਣਾ ਹੈ ਇਹਨੂੰ ਪੂਰਾ ਡਰਾਈਵ ਕਰਿਓ ਤੇ ਬਸ r ਦੀ ਜਗ੍ਹਾ ਤੇ ਆਪਾਂ ਨੇ ਕੀ ਲਿਖ ਦੇਣਾ ਕੈਪੀਟਲ R ਨੈਕਸਟ ਆ ਗਿਆ ਥਰਡ ਕੇਸ ਇਨਸਾਈਡ ਦਾ ਸ਼ੈਲ ਇਨਸਾਈਡ ਦਾ ਸ਼ੈਲ ਹੁਣ ਇਨਸਾਈਡ ਦਾ ਸ਼ੈਲ ਕੀ ਹੋਣਾ ਆ ਇਨਸਾਈਡ ਦਾ ਸ਼ੈਲ ਦਾ ਵਿੱਚ ਸੇਮ ਇਹੀ e 4 pi r square is equals to q upon epsilon naught ਇਹੀ ਰਿਲੇਸ਼ਨ ਆਉਂਦਾ ਬਾਰ-ਬਾਰ ਆਪਣੇ ਕੋਲ ਇਹਨੂੰ ਲਿਖਤਾ ਇਨਸਾਈਡ ਦਾ ਚਾਰਜ ਕਿੰਨਾ ਹੋਣਾ 0 ਠੀਕ ਹੈ ਤਾਂ ਇਹ f ਦਾ 0 ਬਣ ਗਿਆ ਸਾਰਾ ਫੈਕਟਰ ਕੀ ਹੋ ਗਿਆ 0 ਤਾਂ e is equals to ਕੀ ਹੈ ਸਾਡੇ ਕੋਲ 0 ਤਾਂ ਇਨਸਾਈਡ ਦਾ ਸ਼ੈਲ ਕੀ ਹੋਣੀ ਇਲੈਕਟ੍ਰਿਕ ਫੀਲਡ 0 ਠੀਕ ਜੀ ਤੇ ਹੁਣ ਸਾਡੇ ਅਸੀਂ ਨੈਕਸਟ ਚੈਪਟਰ ਪੜ੍ਹਾਂਗੇ ਇਹ ਖਤਮ ਸਾਡੀ ਗੌਸ ਥਿਊਰਮ ਠੀਕ ਹੈ ਇਹਦੇ 'ਚ 2-3 ਟੌਪਿਕ ਨਹੀਂ ਮੈਂ ਕਰਵਾਏ ਹੈਗੇ ਉਹ ਮੈਂ ਤੁਹਾਨੂੰ ਜਦੋਂ ਕਲਾਸਾਂ ਸ਼ੁਰੂ ਹੋਣਗੇ ਉਦੋਂ ਹੀ ਕਰਵਾਊਂਗਾ ਠੀਕ ਹੈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀਗਾ ਤਾਂ ਕਰਕੇ ਇਹਨੂੰ ਮੈਂ ਕਰਵਾ ਦਿੱਤਾ ਆ ਠੀਕ ਹੈ ਕਿਉਂਕਿ ਸਿਲੇਬਸ ਦਾ ਨਹੀਂ ਨਾ ਪਤਾ ਰਿਡਿਊਸ ਹੋ ਗਿਆ ਤਾਂ ਪਹਿਲਾਂ ਮੈਂ ਕਿਹਾ ਉਹ ਤਾਂ ਪੜ੍ਹ ਲਓ ਜਿਹੜਾ ਇੰਪੋਰਟੈਂਟ ਹੈ ਜ਼ਿਆਦਾ ਹੁਣ ਆਪਾਂ ਕਰ ਲਈਏ ਸਾਰਾ ਉਹਦੇ 'ਚ ਅੱਧਾ ਸਿਲੇਬਸ ਰਿਡਿਊਸ ਹੋ ਜਾਵੇ ਤਾਂ ਕੋਈ ਪਤਾ ਨਹੀਂ ਹਜੇ ਤਾਂ ਕਰਕੇ ਜਸਟ ਉਹ ਕਰਵਾਉਣਾ ਜਿਹੜਾ ਬੋਰਡ ਦੇ ਅਕੋਰਡਿੰਗ ਇੰਪੋਰਟੈਂਟ ਆ ਠੀਕ ਹੈ ਈਵਨ ਕਿ ਤੁਹਾਡੇ MST ਜਿਹੜੇ ਪੈਂਦੇ ਆ ਮੰਥਲੀ ਐਗਜ਼ਾਮ ਟੈਸਟ ਸੈਪਟੰਬਰ ਐਗਜ਼ਾਮ ਉਹਦੇ ਵਿੱਚ ਵੀ ਇਹ ਇੰਪੋਰਟੈਂਟ ਆ ਠੀਕ ਹੈ ਆਉਣੀ ਜ਼ਰੂਰ ਆ ਗੌਸ ਤਾਂ ਆਉਣੀ ਆ ਲਿਖ ਕੇ ਰੱਖ ਲਿਓ ਠੀਕ ਹੈ ਇਹ ਤੋਂ ਬਿਨਾਂ ਨਹੀਂ ਪੇਪਰ ਆਉਣਾ ਤੁਹਾਡਾ ਸੈਪਟੰਬਰ ਦਾ ਵੀ ਅਤੇ ਮੰਥਲੀ ਟੈਸਟ ਵੀ ਅਤੇ ਇਹਨੂੰ ਪੜ੍ਹ ਲਿਓ ਪੂਰਾ ਜਿੰਨਾ ਮੈਂ ਕਰਵਾਇਆ ਇਹ ਪੂਰੇ ਕੇਸ ਦੀ ਥਿਊਰੀ ਇਹਦੀ ਬੁੱਕ ਤੋਂ ਜਾਂ ਨੋਟਸ ਤੋਂ ਕਰ ਲਿਓ ਠੀਕ ਇੱਕ ਲਾਸਟ ਕੁਐਸਚਨ ਆਉਂਦਾ ਹੁੰਦਾ ਇਲੈਕਟ੍ਰੋਸਟੈਟਿਕ ਸ਼ੀਲਡਿੰਗ ਸਿੰਪਲ ਜੀ ਗੱਲ ਆ ਆਪਾਂ ਨੇ ਪੜ੍ਹਿਆ ਇਨਸਾਈਡ ਦਾ ਹੋਲੋ ਸਫੇਅਰ ਇਲੈਕਟ੍ਰਿਕ ਫੀਲਡ ਕਿੰਨੀ ਹੁੰਦੀ ਹੈ 0 ਹੁਣ ਦੇਖੋ ਆਪਣੇ ਕੋਲ ਵਾਇਰ ਆ ਇਹ ਤੁਹਾਨੂੰ ਸਮਝਾ ਦਿੰਦਾ ਇੱਥੇ ਲੈ ਦਿੰਦਾ ਠੀਕ ਹੈ ਹੁਣ ਆਪਣੇ ਕੋਲ ਸਪੋਜ਼ ਕਰੋ ਇੱਕ ਵਾਇਰ ਆ ਠੀਕ ਹੈ ਇਹਦੇ ਅੰਦਰ ਸਿਗਨਲ ਜਾਂਦਾ ਹੈ ਨਾ ਹੁਣ ਇਹ ਵਾਇਰ ਸਪੋਜ਼ ਕਿਸੇ ਇਲੈਕਟ੍ਰਿਕ ਫੀਲਡ ਦੇ ਕੋਲੋਂ ਵੀ ਲੰਘਦੀ ਆ ਜਿੱਦਾਂ ਆਪਾਂ ਟੈਲੀਫੋਨ ਦੀ ਵਾਇਰ ਆ ਆਪਣੇ ਕੋਲ ਬਰੋਡਬੈਂਡ ਦੀ ਵਾਇਰ ਆ ਠੀਕ ਉਹ ਸਾਡੇ ਕੋਲ ਕੀ ਆ ਆਲੇ ਦੁਆਲੇ ਜਿਹੜੀ ਬਾਕੀ ਇਲੈਕਟ੍ਰਿਕ ਫੀਲਡ ਆ ਜਿਹੜੀ ਜਨਰੇਟ ਹੁੰਦੀ ਆ ਉਹਦੇ ਵਿੱਚੋਂ ਪਾਸ ਹੁੰਦੀ ਕਿ ਨਹੀਂ ਹੁਣ ਉਹ ਇਲੈਕਟ੍ਰਿਕ ਫੀਲਡ ਸਿਗਨਲ ਨੂੰ ਖਰਾਬ ਕਾਹਤੇ ਨਹੀਂ ਕਰਦੀ ਆਪਾਂ ਹੀ ਕਰਦੇ ਹਾਂ ਵਾਇਰ ਦੇ ਵਿੱਚ ਆਊਟਰ ਦੇ ਉੱਤੇ ਮੈਟਲ ਦੀ ਕੋਟਿੰਗ ਕਰ ਦਿੰਦੇ ਹਾਂ ਮੈਟਲ ਥੋੜ੍ਹਾ ਜਿਹਾ
ਠੀਕ ਹੈ। ਹੁਣ ਇੱਥੇ ਜੇ ਮੈਂ ਮੈਟਲ ਦੀ ਕੋਟਿੰਗ ਕਰ ਦੇਵਾਂ ਤਾਂ ਇਲੈਕਟ੍ਰਿਕ ਫੀਲਡ ਆਈ, ਤਾਂ ਆਪਾਂ ਨੇ ਕੀ ਪੜ੍ਹਿਆ, ਇਨਸਾਈਡ ਦਾ ਮੈਟਲ ਇਲੈਕਟ੍ਰਿਕ ਫੀਲਡ ਕੀ ਹੁੰਦੀ ਹੈ, 0। ਤਾਂ ਸਿਗਨਲ ਸਾਡਾ ਜਿਹੜਾ ਹੋਣਾ ਆ ਉਹ ਕੀ ਹੋਣਾ, ਬਚ ਜਾਣਾ ਆ। ਇਹਨੂੰ ਆਪਾਂ ਕੀ ਕਹਿੰਦੇ, ਇਲੈਕਟ੍ਰੋਸਟੈਟਿਕ ਸ਼ੀਲਡਿੰਗ, ਠੀਕ ਹੈ। ਇਹ ਜ਼ਿਆਦਾ ਸੈਟੇਲਾਈਟਸ ਵਿੱਚ ਯੂਜ਼ ਹੁੰਦਾ ਹੈ। ਜਦੋਂ ਸੈਟੇਲਾਈਟਸ ਆਪਾਂ ਆਊਟਰ ਦਾ ਅਰਥ ਸੈਂਡ ਕਰਨੇ ਆ ਤਾਂ ਉਹਨੂੰ ਕੀ ਕਰਦੇ ਆਪਾਂ, ਇੱਕ ਦੇਖੋ ਪੇਪਰ ਹੁੰਦਾ, ਠੀਕ ਹੈ, ਥੋੜ੍ਹਾ ਚਮਕਦਾ ਜਿਹਾ, ਠੀਕ ਹੈ, ਉਹ ਪੇਪਰ ਹੁੰਦਾ, ਉਹ ਆਪਾਂ ਨੇ ਦਾ ਸੈਟਲਾਈਟ ਦਾ ਬਾਕਸ ਆ, ਉਹਦੇ ਆਲੇ ਦੁਆਲੇ ਕੀ ਆ, ਉਹ ਪੇਪਰ ਲਾ ਦਿੰਦੇ, ਮੈਕਸਿਮਮ ਗੋਲਡਨ ਕਲਰ ਦਾ ਹੁੰਦਾ ਉਹ ਪ੍ਰੋਵਾਈਡ ਕਰਦਾ ਕਿ ਐਕਸਟਰਨਲ ਇਲੈਕਟ੍ਰਿਕ ਫੀਲਡ ਤੋਂ ਸਾਡਾ ਜਿਹੜਾ ਸੈਟਲਾਈਟ ਆ ਉਹਨੂੰ ਪ੍ਰੋਟੈਕਟ ਕਰਦਾ ਹੈ। ਅਤੇ ਇਹਦੀ ਐਪਲੀਕੇਸ਼ਨ ਸੀ ਇਲੈਕਟ੍ਰੋਸਟੈਟਿਕ ਸ਼ੀਲਡਿੰਗ, ਠੀਕ ਹੈ। ਅਤੇ ਅੱਜ ਦੇ ਲਈ ਇੰਨਾ ਹੀ। ਅਤੇ ਨੈਕਸਟ ਆਪਾਂ ਪੜ੍ਹਾਂਗੇ ਹੁਣ ਕਪੈਸਟਰ, ਆਪਣਾ ਲਾਸਟ ਚੈਪਟਰ ਹੈ, ਠੀਕ ਹੈ। ਹੁਣ ਉਹ ਲੈ ਕੇ ਪੋਟੈਂਸ਼ੀਅਲ ਨਹੀਂ ਮੈਂ ਕਰਵਾਉਣਾ ਹੈਗਾ, ਠੀਕ, ਉਹ ਨਹੀਂ ਮੈਂ ਕਰਵਾਉਣਾ, ਉਹ ਜਦੋਂ ਆਪਣਾ ਪੂਰਾ ਯੂਨਿਟ ਖਤਮ ਹੋ ਗਿਆ ਫਿਰ ਕਰਾਂਗੇ ਆਪਾਂ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ, ਉਹ 4th ਯੂਨਿਟ ਆ, 4th ਚੈਪਟਰ ਆ, ਸੌਰੀ, ਉਹ ਨਹੀਂ ਕਰਨਾ ਆਪਾਂ ਨੇ। ਇਸ ਤੋਂ ਬਾਅਦ ਆਪਾਂ ਨੇ ਕਰਨਾ ਕਪੈਸਟਰ, ਅਤੇ ਕਪੈਸਟਰ ਤੋਂ ਬਾਅਦ ਆਪਣਾ ਫਸਟ ਯੂਨਿਟ ਖਤਮ ਹੋ ਜਾਣਾ।